ਹੁਣ ਅਗਲਾ ਐਕਟ ਹੈ ਇੰਡੀਅਨ ਕਾਉਂਸਿਲ ਐਕਟ 1892 in the series 61 ਪੜ੍ਹ ਲਿਆ 92 so first point increased non-official members in central and provincial legislative councils but maintained official majority in them ठीक है official non-official official ਦੇ ਵਿੱਚ ਫਰਕ ਕੀ ਹੈ ਜਿਹੜੇ non-official members ਹੁੰਦੇ ਉਹ ਬੇਸਿਕਲੀ ਇੰਡੀਅਨਸ ਹੁੰਦੇ ਸੀਗੇ ਠੀਕ ਹੈ और ਉਹ ਜਿੱਦਾਂ ਕਿ ਮਤਲਬ ਉਹ ਨੋਮੀਨੇਟ ਹੋ ਕੇ ਆਉਂਦੇ ਸੀਗੇ ਅੱਗੇ ਦੱਸਾਂਗੇ ਕਿੱਦਾਂ ਨੋਮੀਨੇਟ ਹੋ ਗਏ ਤੇ ਆਫੀਸ਼ੀਅਲ ਮੈਂਬਰਸ ਉਹ ਹੁੰਦੇ ਸੀਗੇ ਜਿਹੜੇ ਈਸਟ ਇੰਡੀਆ ਕੰਪਨੀ ਦੇ ਆਪਣੇ ਆਫੀਸਰਸ ਰਿਕਰੂਟ ਕਰਦੇ ਸੀ ਉਹ ਟੈਸਟ ਵਗੈਰਾ ਜੋ ਵੀ ਉਹਦਾ ਪ੍ਰੋਸੈਸ ਹੁੰਦਾ ਸੀ ਉਹ ਸੀ ਆਫੀਸ਼ੀਅਲ ਮੈਜੋਰਟੀ ਮੇਨਟੇਨ ਸੀਗੀ ਦੋਨਾਂ ਵਿੱਚ ਇੱਕ ਸੈਂਟਰਲ ਕਾਉਂਸਲ ਤੇ ਪ੍ਰੋਵਿੰਸ਼ੀਅਲ ਕਾਉਂਸਲ ਦੇ ਵਿੱਚ ਬਟ ਨॉन ਆਫੀਸ਼ੀਅਲ ਮੈਂਬਰਸ ਦੀ ਗਿਣਤੀ ਵੱਧ ਗਈ ਸੀ ਫਰਸਟ ਪੁਆਇੰਟ ਸੈਕੰਡ increased functioning of legislative councils and gave them power of discussing budget and addressing questions to the executive ਠੀਕ ਹੈ ਜਿਹੜੇ legislative councils ਸੀਗੇ ਜਦੋਂ ਬਣੇ ਸੀਗੇ ਹੁਣ ਜਦੋਂ ਦੇਖਿਆ ਨਾ ਪਿੱਛੇ ਬੜੇ legislative council ਬਣੇ ਸੀ ਵਾਇਸਰੋਏ ਦੇ ਉਹ ਹੁਣ ਕੀ ਕਰ ਸਕਦੇ ਬਜਟ ਨੂੰ ਡਿਸਕਸ ਕਰ ਸਕਦੇ ਸੀਗੇ ਤੇ ਐਗਜ਼ੀਕਿਊਟਿਵ ਮਤਲਬ ਜਿਹੜੇ ਮਿਨਿਸਟਰ ਸੀਗੇ ਜਾਂ ਐਗਜ਼ੀਕਿਊਟਿਵ ਕਾਉਂਸਲ ਸੀਗਾ ਉਹਨਾਂ ਨੂੰ ਆਪਾਂ ਕੁਐਸਚਨਸ ਆਪਣੇ ਐਡਰੈਸ ਮਤਲਬ ਕੁਐਸਚਨਸ ਭੇਜ ਸਕਦੇ ਸੀਗੇ ਉਹ ਆਨਸਰ ਦੇਣ ਉਹਨਾਂ ਦੇ ਜੋ ਵੀ ਕੁਐਸਚਨਸ ਹੁੰਦੇ ਸੀਗੇ ਠੀਕ ਹੈ ਹੁਣ ਅਸੀਂ ਦੇਖਣਾ ਕਿ ਗ੍ਰੈਜੂਅਲੀ ਕਿੱਦਾਂ ਹੋਏ ਡਿਸਕਸਿੰਗ ਦੀ ਮਿਲੀਆਂ ਨਾ ਬਜਟ ਨੂੰ ਸਿਰਫ ਡਿਸਕਸ ਕਰਨਗੇ ਅੱਗੇ ਉਹ ਮਤਲਬ ਰੈਜ਼ੋਲੂਸ਼ਨਸ ਵੀ ਪਾਸ ਕਰ ਸਕਣਗੇ ਅਗਲੇ ਐਕਟਸ ਦੇ ਵਿੱਚ ਜਦੋਂ ਅਗਲੇ ਐਕਟਸ ਪੜਾਂਗੇ ਸੋ ਡੀਸੈਂਟਰਲਾਈਜੇਸ਼ਨ ਸ਼ੁਰੂ ਹੋ ਗਈ ਸੀ ਨੈਕਸਟ provided the nomination of some non-official members ठीक है ਹੁਣ ਨॉन ਅਫੀਸ਼ੀਅਲ ਮੈਂਬਰਸ ਦੀ ਨੋਮੀਨੇਸ਼ਨ ਦੀ ਫਾਈਲਿੰਗ ਸ਼ੁਰੂ ਕਰ ਦਿੱਤੀ ਕਿੱਦਾਂ ਜਿਹੜੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਨੋਮੀਨੇਟ ਹੋਣੇ ਸੀਗੇ ਨॉन ਅਫੀਸ਼ੀਅਲ ਮੈਂਬਰਸ ਉਹ ਕਿੱਦਾਂ ਹੁੰਦੇ ਸੀਗੇ ਉਹ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲ ਜਿਹਦਾ ਆਪਾਂ ਪੜਿਆ ਨਾ ਕਿ ਬੰਬੇ ਦਾ ਅਲੱਗ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲ ਹੈ ਮਦਰਾਸ ਦਾ ਅਲੱਗ ਹੈ ਬੰਗਾਲ ਦਾ ਅਲੱਗ ਹੈ ਨਾ ਸੋ ਇਹਨਾਂ ਦੇ ਜਿਹੜੇ ਲੈਜਿਸਲੇਟਿਵ ਕਾਉਂਸਲ ਸੀਗੇ ਉਹ ਰਿਕਮੈਂਡ ਕਰਦੇ ਸੀਗੇ ਕਿ ਕੌਣ ਆਪਾਂ ਕਿਹਨੂੰ ਮਤਲਬ ਸੈਂਟਰਲ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਭੇਜਣਾ ਹੈ ਮੈਂਬਰਸ ਚੁਣ ਕੇ ਹਨ ਠੀਕ ਹੈ ਤੇ ਜਿਹੜੇ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਨॉन ਅਫੀਸ਼ੀਅਲ ਮੈਂਬਰ ਨੋਮੀਨੇਟ ਹੁੰਦੇ ਸੀ ਉਹ ਕਿਦਾਂ ਉਹ ਵੀ ਨੋਮੀਨੇਟ ਹੋ ਰਿਹਾ ਇਲੈਕਸ਼ਨ ਨਹੀਂ ਹੋ ਰਹੀ ਨੋਮੀਨੇਸ਼ਨ ਹੋਈ ਹੈ ਜਿਹੜਾ ਮਤਲਬ ਜੋ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਚੁਣ ਕੇ ਜਾਂਦੇ ਮਤਲਬ ਜੋ ਆਫੀਸਰ ਜਾਂ ਨॉन ਅਫੀਸਰ ਬੈਠੇ ਹਨ ਉਹ ਜਿਹੜੇ ਨॉन ਅਫੀਸ਼ੀਅਲ ਮੈਂਬਰਸ ਸੌਰੀ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਜਾ ਰਹੇ ਉਹ ਕਿਵੇਂ ਜਾ ਰਹੇ ਨੋਮੀਨੇਸ਼ਨ ਹੋ ਰਹੀ ਹੈ ਇਲੈਕਸ਼ਨ ਨਹੀਂ ਹੋ ਰਿਹਾ ਔਨ ਬਾਈ ਉਹ ਗਵਰਨਰ ਨੋਮੀਨੇਟ ਕਰਦੇ ਸੀ ਕਿਦਾਂ ਕਰਦੇ ਸੀ ਰਿਕਮੈਂਡੇਸ਼ਨ ਹੁੰਦੀ ਸੀ ਕਿ ਡਿਸਟ੍ਰਿਕਟ ਬੋਰਡਸ municipalities universities trade associations zamindars and chambers ਇਹਨਾਂ ਦੇ ਰਿਕਮੈਂਡੇਸ਼ਨ ਦੇ ਥਰੂ ਮਤਲਬ ਇਹ ਆਪਣੀ ਜਿਹੜਾ ਡਿਸਟ੍ਰਿਕਟ ਬੋਰਡ ਦੇ ਇੱਕ ਮੈਂਬਰ ਉਹਨਾਂ ਨੇ ਸਾਰਿਆਂ ਨੇ ਭੇਜਤਾ ਵੀ ਇਹ ਸਾਡਾ ਨਾਮਿਨੀ ਇਹ ਹੋਊਗਾ ਹੈ ਨਾ ਜ਼ਮੀਨਦਾਰ ਸੀ ਕਮਿਊਨਿਟੀ ਮਤਲਬ ਇੱਕ ਪੂਰੀ ਬੀਇੰਗ ਹੋਣੀ ਹੈ ਉਹਨਾਂ ਦੇ ਵਿੱਚੋਂ ਹੈ ਨਾ ਇਹਦੀ ਯੂਨੀਵਰਸਿਟੀਜ਼ ਦੇ ਵਿੱਚ ਕੋਈ ਪ੍ਰੋਫੈਸਰ ਹੋਇਆ ਕੋਈ ਇਦਾਂ ਸੋ ਇਹ ਜਿਹੜਾ ਕਨਸੈਪਟ ਹੈ ਨਾ ਇਹ ਅੱਗੇ ਅਸੀਂ ਆਪਣੇ ਜੋ ਹੁਣ ਲੈਜਿਸਲੇਟਿਵ ਅਸੈਂਬਲੀ ਹੁੰਦੀ ਹੈ ਨਾ ਵਿਧਾਨ ਸਭਾ ਦੀ ਵਿਧਾਨ ਪਰਿਸ਼ਦ ਜਿਹੜੀ ਹੁੰਦੀ ਹੈ ਲੈਜਿਸਲੇਟਿਵ ਕਾਉਂਸਲ ਹੁੰਦਾ ਉਹਦੇ ਵਿੱਚ ਵੀ ਹਜੇ ਤੱਕ ਵੀ ਇਹੀ ਰੂਲ ਮੀਨਸ ਲਾਗੂ ਹੁੰਦਾ ਹੈ ਕਿ ਜਿਹੜੇ ਲੈਜਿਸਲੇਟਿਵ ਕਾਉਂਸਲ ਦੇ ਮੈਂਬਰਸ ਨੋਮੀਨੇਟ ਹੋ ਕੇ ਆਉਂਦੇ ਆ ਉਹ ਇਸੇ ਪ੍ਰੋਸੈਸ ਤੇ ਆਉਂਦੇ ਆ ਉਹ ਅੱਗੇ ਸਪੈਸੀਫਿਕੇਸ਼ਨ ਵੀ ਹੈ ਕਿਵੇਂ ਕਿੱਦਾਂ ਨੋਮੀਨੇਟ ਹੁੰਦੇ ਆ ਨਾ ਸੋ ਇਹ ਰੂਲ ਅੱਗੇ ਤੱਕ ਆਪਾਂ ਫੋਲੋ ਕੀਤਾ ਜਦੋਂ ਮੀਨਸ ਲੈਜਿਸਲੇਟਿਵ ਕਾਉਂਸਲ ਅੱਜ ਵੀ ਇਦਾਂ ਨੋਮੀਨੇਟ ਹੁੰਦੇ ਆ ਮੈਂਬਰਸ ਹੈ ਨਾ ਠੀਕ ਹੈ ਉਹ ਕਨਫਿਊਜ਼ਨ ਅਗਰ ਲੈਜਿਸਲੇਟਿਵ ਕਾਉਂਸਲ ਅਲੱਗ ਹੈ ਲੈਜਿਸਲੇਟਿਵ ਅਸੈਂਬਲੀ ਅਲੱਗ ਹੈ ਵਿਧਾਨ ਸਭਾ ਤਾਂ ਅਲੱਗ ਹੈ ਜਿੱਥੇ ਤਾਂ ਐਮਐਲਏ ਇਲੈਕਟ ਹੋ ਕੇ ਜਾਂਦੇ ਉਹ ਅਲੱਗ ਹੈ ਇੱਕ ਵਿਧਾਨ ਪਰਿਸ਼ਦ ਹੁੰਦੀ ਹੈ ਠੀਕ ਹੈ ਪਾਰਸ਼ਦ ਮੈਂਬਰਸ ਹੁੰਦੇ ਉਹਨਾਂ ਦੇ ਉੱਥੇ ਨੋਮੀਨੇਟ ਹੁੰਦੇ ਹਨ ਫਿਰ ਹੁਣ ਇੱਥੇ ਕੀ ਹੋਇਆ ਕਹਿੰਦਾ ਐਕਟ ਮੇਡ ਲਿਮਿਟਡ ਐਂਡ ਇਨਡਾਇਰੈਕਟ ਪ੍ਰੋਵੀਜ਼ਨ ਆਫ ਇਲੈਕਸ਼ਨਸ ਠੀਕ ਹੈ ਹੁਣ ਇਹ ਇੱਕ ਤਰ੍ਹਾਂ ਦਾ ਇਲੈਕਸ਼ਨ ਹੀ ਹੈ ਨਾ ਜਿਹੜੇ ਨੋਮੀਨੇਸ਼ਨ ਹੋ ਰਹੀ ਹੈ ਇੱਕ ਤਰ੍ਹਾਂ ਦਾ ਇੰਟਰੈਕਟ ਇਲੈਕਸ਼ਨ ਹੈ ਬਟ ਇਲੈਕਸ਼ਨ ਕਿਤੇ ਮੈਂਸ਼ਨ ਨਹੀਂ ਕੀਤਾ ਸੀਗਾ ਬਟ ਇੱਕ ਤਰ੍ਹਾਂ ਨਾਲ ਇਲੈਕਸ਼ਨ ਦਾ ਪ੍ਰੋਸੈਸ ਥੋੜਾ ਸ਼ੁਰੂ ਹੋ ਗਿਆ ਸੀ ਆਪਣੇ ਮਤਲਬ ਇੰਡੀਅਨ ਸਟੇਟ ਦੇ ਵਿੱਚ ਆਣਾ ਹੈ ਸੋ ਇਹ ਐਕਟ ਇਹਦੇ ਮੇਨ ਫੀਚਰਸ ਕੀ ਨੈਕਸਟ ਹੈਗਾ ਆਪਣਾ ਇੰਡੀਅਨ ਕਾਉਂਸਲ ਐਕਟ 1909 ਠੀਕ ਹੈ ਸੋ इन्हों कहते हैं मिंटू मोरले रिफॉर्म्स मिंटू वाज वाइसरॉय एंड मोरले वाज सेक्रेटरी अब पढ़ के आए हैं ये जो एक्ट ऑफ गुड गवर्नेंस ठीक है 1858 जो एक्ट पास होता है तो ਉਹਨੂੰ ਕਹਿੰਦੇ ਮਿੰਟੂ ਮੋਰਲੇ ਰਿਫਾਰਮਸ ਠੀਕ ਹੈ ਉਹਦੇ ਸੈਕਟਰੀ ਆਫ ਸਟੇਟ ਦਾ ਆਫਿਸ ਇੰਟਰੋਡਿਊਸ ਹੋ ਜਾਂਦਾ ਹੈ ਤੇ ਆਪਾਂ ਗਵਰਨਰ ਜਨਰਲ ਆਫ ਇੰਡੀਆ ਨੂੰ ਵਾਇਸਰॉय ਕਰਨਾ ਸ਼ੁਰੂ ਕਰ ਦਿੰਦੇ ਠੀਕ ਹੈ ਸੋ ਇਹਨਾਂ ਦੇ ਫੀਚਰਸ ਕੀ ਸੀ ਫਰਸਟ ਹੈਗਾ ਇਨਕਰੀਜ਼ਡ ਕੰਸੀਡਰੇਬਲੀ ਸਾਈਜ਼ ਆਫ ਸੈਂਟਰਲ ਐਂਡ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲਸ ठीक है ਤੁਹਾਨੂੰ ਪਤਾ ਕਿ ਰਿਪਰੈਜ਼ੈਂਟੇਸ਼ਨ ਸ਼ੁਰੂ ਹੋ ਗਈ ਸੀ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲਸ ਤੇ ਸੈਂਟਰਲ ਲੈਜਿਸਲੇਟਿਵ ਕਾਉਂਸਲਸ ਸੋ ਸੈਂਟਰਲ ਜਿਹੜੇ ਮੈਂਬਰ ਸੀਗੇ 16 ਤੋਂ 60 ਤੱਕ ਕਰਦੇ ਸੀਗੇ ਤੇ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲਸ ਅਲੱਗ-ਅਲੱਗ ਪ੍ਰੋਵਿੰਸਸ ਦੇ ਅਲੱਗ-ਅਲੱਗ ਸਟ੍ਰੈਂਥ ਸੀ ਠੀਕ ਹੈ ਉਸ ਤੋਂ ਬਾਅਦ ਆਫੀਸ਼ੀਅਲ ਮੈਜੋਰਟੀ ਸੀਗੀ ਸੈਂਟਰਲ ਲੈਜਿਸਲੇਟਿਵ ਕਾਉਂਸਲਸ ਠੀਕ ਹੈ ਨਾਨ ਆਫੀਸ਼ੀਅਲ ਮੈਜੋਰਟੀ ਸ਼ੁਰੂ ਕਰਤੀ ਸੀਗੀ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲਸ ਇਹ ਗੱਲ ਸਮਝ ਆ ਗਈ ਮਤਲਬ ਇਹਦੇ ਤੇ ਆਫਿਸ ਮਤਲਬ ਜਿਹੜੇ ਕੰਪਨੀ ਦੇ ਆਫੀਸਰ ਸੀਗੇ ਉਹ ਮੈਜੋਰਟੀ ਸੀਗੇ ਇਹਦੇ ਜਿਹੜੇ ਜਦੋਂ ਪਿੱਛੇ ਪੜ ਕੇ ਆਏ ਕਿ ਜਦੋਂ ਨੋਮੀਨੇਸ਼ਨ ਹੁੰਦੀ ਸੀਗੀ ਆਪਾਂ
ਪ੍ਰੋਵਿੰਸ਼ੀਅਲ ਦੇ ਵਿੱਚ ਜਦੋਂ ਨੋਮੀਨੇਟ ਕੌਣ ਕਰਦਾ ਸੀਗਾ, ਗਵਰਨਰ ਨੋਮੀਨੇਟ ਕਰਦਾ ਸੀ ਕਿਹਦੀ ਰਿਕਮੈਂਡੇਸ਼ਨ ਤੇ, ਇੱਕ ਤਾਂ ਸੀਗਾ ਤੁਹਾਡਾ ਯੂਨੀਵਰਸਿਟੀਜ਼ ਹੋ ਗਿਆ ਨਾ, ਡਿਸਟ੍ਰਿਕਟ ਬੋਰਡਸ ਹੋ ਗਿਆ ਹੈ ਨਾ, ਜ਼ਮੀਨਦਾਰ ਐਸੋਸੀਏਸ਼ਨਸ ਹੋ ਗਈ, ਇਹਨਾਂ ਦੇ ਜਿਹੜੇ ਲੌਬੀਜ਼ ਹੁੰਦੇ ਸੀਗੇ ਉਹ ਆਪਣੇ ਮੈਂਬਰਸ ਭੇਜ ਸਕਦੇ ਸੀਗੇ। ਤਾਂ ਇਹ ਜਿਹੜੇ ਨੋਮੀਨੇਟ ਹੋ ਕੇ ਮੈਂਬਰਸ ਹੁੰਦੇ ਸੀਗੇ ਇਹਨਾਂ ਦੀ ਆਪਾਂ ਮਤਲਬ ਮੈਜੋਰਿਟੀ ਹੋ ਗਈ ਸੀਗੀ ਪ੍ਰੋਵਿੰਸ਼ੀਅਲ ਲੈਜਿਸਲੇਟਿਵ ਕਾਉਂਸਲਸ ਦੇ ਵਿੱਚ, ਠੀਕ ਹੈ ਜੀ। ਠੀਕ, ਉਸ ਤੋਂ ਬਾਅਦ ਡੈਲੀਬਰੇਟਿਵ ਫੰਕਸ਼ਨਸ ਆਫ ਲੈਜਿਸਲੇਟਿਵ ਕਾਉਂਸਲ ਹੋਰ ਆਗੇ ਸੀਗੇ। ਪਹਿਲਾਂ ਕੀ ਸੀਗਾ, ਆਪਾਂ ਸਿਰਫ ਜਦੋਂ ਪਿੱਛੇ ਪੜ੍ਹ ਕੇ ਆਏ ਕਿ ਬਜਟ ਨੂੰ ਡਿਸਕਸ ਕਰ ਸਕਦੇ ਸੀਗੇ ਤੇ ਕੁਐਸਚਨਸ ਪੁੱਛ ਸਕਦੇ ਸੀਗੇ ਐਗਜ਼ੀਕਿਊਟਿਵ ਨੂੰ, ਹੈ ਨਾ। ਹੁਣ ਕੀ ਹੋਇਆ ਕਿ ਜਿਹੜੇ ਉਹ ਕੁਐਸਚਨ ਸੀਗੇ ਨਾ ਜਦੋਂ ਆਪਾਂ ਪੁੱਟ ਕਰਦੇ ਸੀਗੇ, ਜਦੋਂ ਅੱਜ ਵੀ ਪਾਰਲੀਮੈਂਟ ਦੇ ਵਿੱਚ ਕੁਐਸਚਨ ਪੁੱਟ ਕਰ ਸਕਦੇ ਆ, ਇੱਕ ਹੁੰਦਾ ਔਰਲ ਕੁਐਸਚਨ, ਜਿਹੜੇ ਔਰਲ ਕੁਐਸਚਨ ਹੁੰਦੇ ਨਾ ਜਿਹੜੇ ਆਪਾਂ ਐਦੀ ਮੂੰਹ ਜ਼ਬਾਨੀ ਪੁੱਛ ਲੈਂਦੇ ਆ, ਉਹਨਾਂ ਵਿੱਚ ਸਪਲੀਮੈਂਟਰੀ ਕੁਐਸਚਨ ਫॉलो ਆਨ ਹੋ ਸਕਦਾ ਹੈ। ਤੇ ਉਹ ਜਿਹੜਾ ਰਾਈਟ ਸੀਗਾ ਉਹ ਵਿੱਚ ਸ਼ੁਰੂ ਹੋ ਗਿਆ ਸੀ, ਮੈਨੂੰ ਲੱਗਾ ਕਿ ਸਪਲੀਮੈਂਟਰੀ ਕੁਐਸਚਨਸ ਵੀ ਐਗਜ਼ੀਕਿਊਟਿਵ ਮੈਂਬਰਸ ਨੂੰ ਪੁੱਛੇ ਜਾ ਸਕਦੇ ਸੀਗੇ। ਜਦ ਮੇਨ ਕੁਐਸਚਨ ਤੋਂ ਬਾਅਦ ਸਪਲੀਮੈਂਟਰੀ ਨੈਕਸਟ ਕੁਐਸਚਨਸ ਵੀ ਪੁੱਛੇ ਜਾ ਸਕਦੇ ਸੀਗੇ, ਹੈ। फिर मूव रेजोल्यूशंस ऑन बजट, ठीक है। पहले तो बजट में सिर्फ डिस्कस ही किया जाता था और रेजोल्यूशंस मतलब मते भी पास हो सकते सी के बजट ते, है ना। मते पास पता पास होंदा ना, ग्राम सभा में मता पास हो गया जी, वो मते भी पास हो सकते कि ये चीज ऐदा होनी चाहिए बजट ते, ये ਤੁਹਾਡਾ ਖਰਚੇ ਦੇ ਮਤਾ ਇतना पास होया, एक ਤਾਂ मतलब वो सारा मते पास होते सी के बजट ते, है ना। रेजोल्यूशन ऑफ मता फर्स्ट टाइम एसोसिएशन ऑफ इंडियंस इन वाइसरॉय एग्जीक्यूटिव काउंसिल सतेंद्र प्रसाद लॉ मेंबर बन गए सी। सो लेजिस्लेटिव काउंसिल ਦਾ ਐਸੋਸੀਏਸ਼ਨ ਹੋਣੀ ਸ਼ੁਰੂ ਹੋ ਗਈ ਸੀ ਇੰਡੀਅਨਸ ਦੀ, ਠੀਕ ਹੈ। ਹੁਣ ਇਹਦੇ ਇਸ ਇੰਡੀਅਨਸ ਦੀ ਐਗਜ਼ੀਕਿਊਟਿਵ ਕਾਉਂਸਿਲ ਦੇ ਵਿੱਚ ਐਸੋਸੀਏਸ਼ਨ ਹੋ ਗਈ, ਠੀਕ ਹੈ। ਆਪਾਂ ਪੜ੍ਹ ਕੇ ਆਏ ਨਾ 18 ਚਾਰਟਰ ਐਕਟ ਦੇ ਵਿੱਚ, ਜੋ ਲਾਸਟ ਚਾਰਟਰ ਐਕਟ ਪੜਿਆ ਸੀਗਾ 50 ਚਾਰਟਰ ਐਕਟ ਦੇ ਵਿੱਚ ਪੜ੍ਹ ਕੇ ਆਏ ਨਾ ਕਿ ਲੈਜਿਸਲੇਟਿਵ ਤੇ ਐਗਜ਼ੀਕਿਊਟਿਵ ਫੰਕਸ਼ਨਸ ਡਿਫਰੈਂਟ ਹੋ ਗਏ ਸੀਗੇ 1854 ਐਵੇਂ ਹਿਸਾਬ ਨਾਲ, है ना। ਤੇ ਉਹਦੇ ਵਿੱਚ ਜਦੋਂ ਹੁਣ ਲੈਜਿਸਲੇਟਿਵ ਕਾਉਂਸਿਲ ਚ ਦਾ ਲੋਕਲ ਰਿਪਰੈਜ਼ੈਂਟੇਸ਼ਨ ਸ਼ੁਰੂ ਹੋ ਗਈ ਸੀਗੀ ਤੇ ਇਹਦੇ ਵਿੱਚ ਵੀ ਹੁਣ ਇੰਡੀਅਨਸ ਦੀ ਰਿਪਰੈਜ਼ੈਂਟੇਸ਼ਨ ਸ਼ੁਰੂ ਹੋ ਗਈ ਤੇ ਸਤਿੰਦਰ ਪ੍ਰਸਾਦ ਸਾਡਾ ਫਰਸਟ ਮੈਂਬਰ ਬਣਿਆ, ਲਾਅ ਮੈਂਬਰ, ਫਰਸਟ ਮੈਂਬਰ ਟੂ ਜੁਆਇਨ ਵਾਇਸਰॉय ਐਗਜ਼ੀਕਿਊਟਿਵ ਕਾਉਂਸਿਲ। ਨੈਕਸਟ ਇੰਪੋਰਟੈਂਟ, ਠੀਕ ਹੈ। ਇਹਨਾਂ ਨੇ ਸੈਪਰੇਟ ਇਲੈਕਟੋਰਲ ਦਾ ਕਨਸੈਪਟ ਇਹਦੇ ਵਿੱਚ ਐਡ ਕਰਤਾ ਸੀਗਾ। ਉਹ ਕੀ ਸੀਗਾ ਕਿ ਜਦੋਂ ਮੁਸਲਿਮ ਅੱਜ ਦੇ ਟਾਈਮ 'ਚ ਜਦੋਂ ਆਪਾਂ ਇੱਕ ਸਾਂਝਾ ਇਲੈਕਟੋਰੇਟ ਹੁੰਦਾ ਹੈ ਨਾ, ਕੋਈ ਰੀਜਨ ਰਿਲੀਜ ਖਾਸ ਸੈਕਸ ਦੇ ਬੇਸਿਸ ਤੇ ਨਹੀਂ ਕਰਦੇ ਆਪਾਂ, ਹੈ ਨਾ। ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਈਸਾਈ ਸਾਰੇ ਬਰਾਬਰ ਹੈ, ਵੋਟ ਜਿਹਦਾ ਵੋਟਰ ਕਾਰਡ ਬਣਾਇਆ ਜਿਹਦੇ ਲਿਸਟ ਵਿੱਚ ਨਾਮ ਵੋਟ ਪਾਸ ਹੁੰਦਾ ਸੀਗਾ। ਪਰ ਇੱਥੇ ਕੀ ਸੀਗਾ, ਇਹਨਾਂ ਨੇ ਮੁਸਲਿਮ ਨੂੰ ਲਿਓਰ ਕਰਨ ਲਈ ਮੁਸਲਿਮ ਮੈਂਬਰ ਜਿਹੜੇ ਸੀਗੇ ਉਹ ਮੁਸਲਿਮ ਵੋਟਰ ਸਿਲੈਕਟ ਕਰਦੇ ਸੀਗੇ, ਠੀਕ ਹੈ। ਤੇ ਇਹਦੇ ਨਾਲ ਕੀ ਹੋਇਆ, ਇਹਦੇ ਨਾਲ ਹੀ ਸਾਡਾ ਅੱਗੇ ਜਿਹੜਾ ਇੱਕ ਪਾਰਟੀਸ਼ਨ ਦਾ ਇੱਕ ਇਹ ਵੀ ਕਾਰਨ ਬਣ ਗਿਆ ਕਿ ਮੁਸਲਿਮ ਨਾਲ ਹਿੰਦੂ ਨੂੰ ਆਪਸ ਰਿਲੀਜੀਅਸ ਦੇ ਬੇਸਿਸ ਤੇ ਵੰਡਣਾ ਸ਼ੁਰੂ ਕਰ ਦਿੱਤਾ ਸੀਗਾ। ਤੇ ਇਹਦੇ ਕਰਕੇ ਆਪਾਂ ਮਿੰਟੂ ਨੂੰ, ਲਾਰਡ ਮਿੰਟੂ ਨੂੰ ਫਾਦਰ ਆਫ ਕਮਿਊਨਲ ਇਲੈਕਟੋਰੇਟ ਕਹਿੰਦੇ ਸੀਗੇ, ਠੀਕ ਹੈ। ਇਹਦੇ ਵਿੱਚ ਇੱਕ ਹੋਰ ਫੀਚਰ ਹੈ, ਕੋਈ ਇੰਪੋਰਟੈਂਟ ਨਹੀਂ ਹੈ ਕਿ ਉਹਨਾਂ ਨੇ ਸੈਪਰੇਟ ਪ੍ਰੈਜ਼ੀਡੈਂਸੀਜ਼ ਦਿੱਤੀਆਂ ਸੀਗੀਆਂ, ਜ਼ਮੀਨਦਾਰ ਦੀ ਲੌਬੀ ਨੂੰ ਅਲੱਗ, ਡਿਸਟ੍ਰਿਕਟ ਬੋਰਡ ਦੀ ਲੌਬੀ ਨੂੰ ਅਲੱਗ, ਤੇ ਉਹਨਾਂ ਦੇ ਪ੍ਰਧਾਨ ਬਣਨੇ ਸ਼ੁਰੂ ਹੋ ਗਏ ਸੀਗੇ। ਜਦੋਂ ਅੱਜ ਦੇ ਟਾਈਮ 'ਚ ਪ੍ਰਧਾਨ ਹੁੰਦੇ ਨਾ ਅਲੱਗ-ਅਲੱਗ ਸਭਾਵਾਂ ਦੇ, ਉਦਾਂ ਹੀ ਇਸ ਸ਼ੁਰੂ ਹੋ ਗਏ ਸੀ ਉਹ ਬਣਨੇ, ਠੀਕ ਹੈ। ਗਵਰਨਮੈਂਟ ਆਫ ਇੰਡੀਆ ਐਕਟ 1990, ਠੀਕ ਹੈ। ਇੰਡੀਅਨ ਕਾਉਂਸਲ ਐਕਟ ਖਤਮ ਹੋ ਗਏ, ਹੁਣ ਗਵਰਨਮੈਂਟ ਆਫ ਇੰਡੀਆ ਐਕਟ 1999, ਇਹਨੂੰ ਕਹਿੰਦੇ ਮੌਂਟੇਗ ਕੈਮਸਫੋਰਡ ਰਿਫਾਰਮਸ। ਮੌਂਟੇਗ ਵਾਸ secretary of the state and Chelmsford was viceroy of the state, ਠੀਕ ਹੈ। ਹੁਣ ਇਹਦੇ ਵਿੱਚ ਕੀ ਹੋਇਆ ਸੀ, ਜਿਹੜੇ ਇੱਕ ਟਾਈਮ ਤੋਂ ਪਹਿਲਾਂ ਅਗਸਤ 1970 ਨੂੰ ਅਗਸਤ ਰਿਪੋਰਟ ਆਈ ਸੀ ਜਿਹੜੀ ਕਹਿੰਦੀ ਸੀ ਗ੍ਰੈਜੂਅਲ ਇੰਟਰੋਡਕਸ਼ਨ ਆਫ ਰਿਸਪਾਂਸਿਬਲ ਗਵਰਨਮੈਂਟ। ਤੇ ਇਹਦਾ ਮਤਲਬ ਸੀ ਕਿ ਇੰਡੀਅਨਸ ਨੂੰ ਜਿਹੜੇ ਇੰਡੀਅਨਸ ਨੂੰ ਮੋਰ ਜ਼ਿਆਦਾ ਮੌਕੇ ਦੇਣਗੇ ਐਡਮਿਨਿਸਟ੍ਰੇਸ਼ਨ ਕਰਨ ਦੇ, ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੰਡੀਅਨਸ ਨੂੰ ਜ਼ਿਆਦਾ ਮੌਕੇ ਮਿਲਣਗੇ, ਠੀਕ ਹੈ। ਸੋ फीचर्स separated central and provincial subjects, ठीक है। ਇਹਦੇ ਵਿੱਚ ਕੀ ਹੈ ਕਿ ਸੈਂਟਰਲ ਦੇ ਸਬਜੈਕਟਸ ਅਲੱਗ ਕਰਤੇ ਤੇ ਪ੍ਰੋਵਿੰਸ਼ੀਅਲ ਦੇ ਸਬਜੈਕਟਸ ਅਲੱਗ ਕਰਤੇ। ਜਿੱਦਾਂ ਅੱਜ ਦੇ ਟਾਈਮ ਦੇ ਯੂਨੀਅਨ ਲਿਸਟ ਹੈ, ਠੀਕ ਹੈ, ਸਟੇਟ ਲਿਸਟ ਉਹਦੀ ਕੰਕਰੈਂਟ ਲਿਸਟ ਹੈ। ਇਹਦੇ ਵਿੱਚ ਕੀ ਕੀਤਾ, ਸੈਂਟਰਲ ਤੇ ਪ੍ਰੋਵਿੰਸ਼ੀਅਲ ਸਬਜੈਕਟਸ ਅਲੱਗ-ਅਲੱਗ ਕਰਤੇ, ਠੀਕ ਹੈ। ਤੇ ਜਿਹੜੇ ਸੈਂਟਰਲ ਲੈਜਿਸਲੇਚਰ ਉਹ ਸੈਂਟਰਲ ਸਬਜੈਕਟਸ ਲੈਜਿਸਲੇਟ ਕਰਦੇ ਸੀਗੇ ਤੇ ਜਿਹੜੇ ਪ੍ਰੋਵਿੰਸ਼ੀਅਲ ਲੈਜਿਸਲੇਟਰਸ ਉਹ ਲਾਅ ਬਣਾਉਂਦੇ ਸੀਗੇ प्रोविंशियल सब्जेक्ट से, ठीक है। मतलब इंटरफेरेंस नहीं सी ते ਇਹਦਾ मतलब कि रिलैक्स सेंटर ਦਾ कंट्रोल ਘੱਟ ਹੋ ਗਿਆ ਸੀ, प्रोविंसेस ਤੇ ਆਪਣੇ ਆਪਣੇ स्फीयर्स ਤੋਂ ऑपरेट ਕਰ ਰਹੇ ਸੀਗੇ। नेक्स्ट पॉइंट, इंट्रोड्यूस डायआर्की इन प्रोविंशियल लेजिस्लेचर। ਇਹ ਇੰਪੋਰਟੈਂਟ ਹੈ, डायआर्की क्वेश्चन ਪੁੱਛ ਲੈਂਦੇ ਆ ਕਿ डायआर्की ਦਾ ਕਨਸੈਪਟ ਕਿਹੜੇ ਐਕਟ ਵਿੱਚ ਆਇਆ ਸੀਗਾ। ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਆਇਆ ਸੀ। ਕਿਹਦੇ ਚ ਆਇਆ ਸੀਗਾ, ਪ੍ਰੋਵਿੰਸ਼ੀਅਲ ਲੈਜਿਸਲੇਚਰ ਵਿੱਚ ਆਇਆ ਸੀਗਾ। ਮਤਲਬ ਪ੍ਰੋਵਿੰਸ਼ੀਅਸ ਦੇ ਜਿਹੜੇ ਲੈਜਿਸਲੇਟਰ ਹੈ ਉਹਨਾਂ ਦੇ ਜਿਹੜੇ ਸਬਜੈਕਟ ਸੀਗੇ ਨਾ, ਜਦੋਂ ਆਪਾਂ ਕੀਤਾ ਡਿਮਾਰਕੇਟ ਕੀਤੇ ਦੋ ਸੈਂਟਰਲ ਤੇ ਪ੍ਰੋਵਿੰਸ਼ੀਅਲ, ਹੁਣ ਜਿਹੜੇ ਪ੍ਰੋਵਿੰਸ਼ੀਅਲ ਸਬਜੈਕਟਸ ਹੈ ਉਹਨਾਂ ਨੂੰ ਆਪਾਂ ਗ੍ਰੈਜੂਅਲ ਹੋਰ ਟ੍ਰਾਂਸਫਰ ਕਰਤਾ ਸੀ, ਉਹਨਾਂ ਨੂੰ ਅੱਗੇ ਦੋ ਹਿੱਸੇ ਵੰਡਤਾ ਸੀ ਪ੍ਰੋਵਿੰਸ਼ੀਅਲ ਸਬਜੈਕਟਸ ਨੂੰ। ਇੱਕ ਸੀ ਰਿਜ਼ਰਵਡ, ਇੱਕ ਸੀ ਟ੍ਰਾਂਸਫਰਡ। ਜਿਹੜੇ ਦਾ ਰਿਜ਼ਰਵਡ ਸੀ
ਉਹ ਸਿਰਫ ਗਵਰਨਰ ਤੇ ਉਹਦਾ ਐਗਜ਼ੀਕਿਊਟਿਵ ਕਾਉਂਸਲ ਜੋ ਸੀਗਾ ਉਹੀ ਸਿਰਫ ਉਹਦੇ ਤੇ ਲੈਜਿਸਲੇਟ ਕਰਦੇ ਸੀਗੇ, ਮਤਲਬ ਉਹਨਾਂ ਨੂੰ ਉੱਥੇ ਜਿਹੜੇ ਲੈਜਿਸਲੇਟਰ ਦੇ ਮਿਨਿਸਟਰਸ ਜੋ ਬਣਦੇ ਸੀਗੇ ਨਾ, ਮਿਨਿਸਟਰਸ ਆਉਂਦੇ ਸੀਗੇ ਵਿਦਆਊਟ, ਉਹਨਾਂ ਦੀ ਕੋਈ ਐਡਵਾਈਸ ਨਹੀਂ ਲਈ ਜਾਂਦੀ ਸੀਗੀ, ਸਿਰਫ ਗਵਰਨਰ ਤੇ ਉਹਦਾ ਐਗਜ਼ੀਕਿਊਟਿਵ ਕਾਉਂਸਲ ਵਿੱਚ ਉਹਨਾਂ ਦੇ ਆਰਡਰ ਪਾਸ ਕਰਦੇ। ਇਹਨਾਂ ਵਿੱਚ ਮੀਨ ਸੀਗੇ ਲਾਅ ਐਂਡ ਆਰਡਰ, ਠੀਕ ਹੈ, ਫਾਈਨਾਂਸ, ਇਹ ਮੇਨ ਸਬਜੈਕਟਸ ਗਵਰਨਰ ਨੇ ਰਿਜ਼ਰਵ ਰੱਖੇ ਹੋਏ ਸੀਗੇ। ਫਿਰ ਜਿਹੜੇ ਟ੍ਰਾਂਸਫਰ ਸਬਜੈਕਟ ਸੀਗੇ ਉਹ मतलब पास तक गवर्नर ही करता सीगा, बट विद द एड एंड एडवाइस ऑफ मतलब एड एंड एडवाइस ऑफ प्रोविंशियल, विद एड एंड एडवाइस ऑफ मिनिस्टर्स ऑफ लेजिस्लेचर। ਹੁਣ ਆਪਾਂ ਨੂੰ ਪਤਾ ਹੈ ਨਾ ਕਿ ਜਦੋਂ ਲਾਅ ਤੇ ਜਿਹੜਾ ਉਹ ਸਾਈਨ ਤਾਂ ਗਵਰਨਰ ਦੇ ਹੀ ਹੁੰਦੇ ਜਦੋਂ ਵੀ ਕੋਈ ਐਕਟ ਬਣਦਾ, ਪਰ ਜੋ ਵੀ ਉਹਨਾਂ ਦੀ ਰਿਕਮੈਂਡੇਸ਼ਨ ਹੁੰਦੀ ਹੈ ਉਹ ਮਿਨਿਸਟਰਸ ਤੇ ਚੀਫ ਮਿਨਿਸਟਰ ਦੇ ਕੈਬਨਿਟ ਦੀ ਹੁੰਦੀ ਹੈ, ਉਹਦੇ ਤੇ ਹੀ ਗਵਰਨਰ ਨੂੰ ਚੱਲਣਾ ਪੈਂਦਾ ਹੈ ਨਾ, ਗਵਰਨਰ ਆਪਣੀ ਮਰਜ਼ੀ ਨਹੀਂ ਕਰ ਸਕਦਾ। ਸੋ ਉਹ ਟ੍ਰਾਂਸਫਰ ਸਬਜੈਕਟਸ ਦੇ ਵਿੱਚ ਗਵਰਨਰ ਕਰਦਾ ਸੀ, ਬਟ ਮਿਨਿਸਟਰ ਤੇ ਮਿਨਿਸਟਰਸ ਆਫ ਲੈਜਿਸਲੇਟਰ ਦੀ ਏਡ ਦੇ ਨਾਲ, ਹੈ ਨਾ। ਤੇ ਇਹ ਜਿਹੜਾ ਰਿਜ਼ਰਵ ਹੈ ਇਹ ਗਵਰਨਰ ਹੀ ਕਰਦਾ ਸੀ, ਕੋਈ ਮਤਲਬ ਇੱਥੇ ਮਿਨਿਸਟਰਸ ਆਫ ਲੈਜਿਸਲੇਟਰ ਦੀ ਕੋਈ ਦਖਲਅੰਦਾਜ਼ੀ ਨਹੀਂ ਸੀ, ਗਵਰਨਰ ਤੇ ਉਹਦਾ ਐਗਜ਼ੀਕਿਊਟਿਵ ਕਾਉਂਸਲ ਹੀ ਇਹਨਾਂ ਦੇ ਲੈਜਿਸਲੇਟ ਕਰਦਾ ਸੀ, ਲਾਜ਼ ਬਣਾਉਂਦਾ ਸੀ, ਹੈ ਨਾ। ਨੈਕਸਟ ਹੁਣ ਕੀ ਕੀਤਾ ਇਹਨਾਂ ਨੇ, ਬਾਈਕੈਮਰਲਿਜ਼ਮ ਇੰਟਰੋਡਿਊਸ ਕਰਤਾ, ਹੈ ਨਾ। ਬਾਈਕੈਮਰਲਿਜ਼ਮ ਕੀ ਹੁੰਦਾ ਹੈ, ਜਦੋਂ ਆਪਾਂ ਪਹਿਲਾਂ ਪੜ੍ਹਿਆ ਨਾ ਇੰਡੀਅਨ ਲੈਜਿਸਲੇਟਿਵ ਕਾਉਂਸਲ ਬਣਿਆ ਸੀ 1853 ਦੇ ਵਿੱਚ, ਐਗਜ਼ੀਕਿਊਟਿਵ ਲੈਜਿਸਲੇਟਿਵ ਕਾਉਂਸਲ ਅਲੱਗ ਹੋ ਗਏ ਸੀਗੇ, ਹੈ ਨਾ। ਜਿਹੜਾ 6 ਮੈਂਬਰ ਦਾ ਲੈਜਿਸਲੇਟਿਵ ਕਾਉਂਸਲ ਬਣਿਆ ਸੀ ਉਹਨੂੰ ਆਪਾਂ ਇੰਡੀਅਨ ਲੈਜਿਸਲੇਟਿਵ ਕਾਉਂਸਲ ਦਾ ਨਾਮ ਦਿੱਤਾ ਸੀਗਾ। ਔਰ ਉਹਦੀ ਜਗ੍ਹਾ ਤੇ ਬਾਈਕੈਮਰਲਿਜ਼ਮ ਆ ਗਿਆ ਸੀ, ਉਹਦੇ ਵਿੱਚ ਕੀ ਸੀ, ਅੱਪਰ ਜਿਹੜਾ ਹਾਊਸ ਸੀਗਾ ਉਹਨੂੰ ਕਹਿੰਦੇ ਸੀ ਕਾਉਂਸਲ ਆਫ ਸਟੇਟ, ਤੇ ਲੋਅਰ ਹਾਊਸ ਨੂੰ ਕਹਿੰਦੇ ਸੀ ਲੈਜਿਸਲੇਟਿਵ ਅਸੈਂਬਲੀ, ਮਤਲਬ ਦੋ ਹਾਊਸਸ ਬਣ ਗਏ ਸੀ ਇਹਦੀ ਜਗ੍ਹਾ, ਹੈ ਨਾ। ਸੈਂਟਰ ਦੀ ਗੱਲ ਹੋ ਰਹੀ ਹੈ, ਠੀਕ ਹੈ। ਫਿਰ ਤੇ ਡਾਇਰੈਕਟ ਇਲੈਕਸ਼ਨਸ ਕੰਟਰੀ ਦੇ ਵਿੱਚ ਹੋਣੇ ਸ਼ੁਰੂ ਹੋ ਗਏ ਸੀਗੇ, ਮਤਲਬ ਡਾਇਰੈਕਟ ਇਲੈਕਸ਼ਨਸ ਸ਼ੁਰੂ ਹੋ ਗਏ ਸੀ, ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਸੀ ਕੰਟਰੀ ਦੇ ਵਿੱਚ, ਹੈ ਨਾ। ਨੈਕਸਟ, ਠੀਕ ਹੈ, ਰਿਕੁਆਇਰਡ 3 members of Viceroy Executive Council to be Indians except Commander in Chief, मतलब कि ਜਿਹੜਾ Viceroy Executive Council ਦਾ ਜਿਹੜਾ ਮੈਂਬਰ ਸੀਗਾ ਉਹਦੇ ਵਿੱਚ 3 ਮੈਂਬਰ ਜਿਹੜੇ 3 ਮੈਂਬਰਸ ਘੱਟੋ ਘੱਟ ਇੰਡੀਅਨ ਹੋਣੇ ਚਾਹੀਦੇ ਸੀਗੇ, ਸਿਰਫ ਕਮਾਂਡਰ ਇਨ ਚੀਫ ਜਿਹੜਾ ਸੀਗਾ ਉਹਨੂੰ ਛੱਡ ਕੇ, ਉਹ ਜਿਹੜਾ ਮੈਂਬਰ ਸੀਗਾ ਨਾ ਜਿਹਦੇ ਲਾਅ ਮੈਂਬਰ ਸੀਗੇ, ਕਮਾਂਡਰ ਇਨ ਚੀਫ, ਫਾਈਨਾਂਸ ਮੈਂਬਰ ਅਲੱਗ-ਅਲੱਗ, ਇਹਨਾਂ ਦੇ ਵਿੱਚ 3 ਮੈਂਬਰ ਇੰਡੀਅਨਸ ਹੋਣੇ ਚਾਹੀਦੇ ਸੀਗੇ, ਬਟ ਕਮਾਂਡਰ ਇਨ ਚੀਫ ਇੰਡੀਅਨ ਨਹੀਂ ਹੋ ਸਕਦਾ ਸੀ, ਉਹ ਬ੍ਰਿਟਿਸ਼ ਹੋਏਗਾ, ਹੈ ਨਾ। फिर extended principle of communal electorates by providing separate electorates for Sikhs, Christians, Dalit etc, ठीक है। और पीछे मुस्लिम ਦਾ ਆਪਾਂ ਕਰਕੇ ਨਾ ਕਿ separate electorates ਸ਼ੁਰੂ ਹੋਏ ਸੀ, ਉਹਨੂੰ ਹੋਰ ਵਧਾ ਦਿੱਤਾ ਗਿਆ ਤੇ separate electorates Christians ਦੇ ਕਰਤੇ, Sikhs ਦੇ ਕਰਤੇ, Dalits ਦੇ ਕਰਤੇ, ਮਤਲਬ ਹੋਰ ਜ਼ਿਆਦਾ separate electorates ਇਹਨਾਂ ਦੇ ਵੀ ਹੋ ਗਏ, ਮਤਲਬ ਇਹਨਾਂ ਦੇ ਵੋਟਰ Sikhs ਨੂੰ Sikhs ਹੀ ਚੁਣ ਸਕਦੇ ਸੀਗੇ, Dalits ਨੂੰ Dalits ਹੀ ਚੁਣ ਸਕਦੇ ਸੀਗੇ ਆਪਣੇ ਰਿਪਰੈਜ਼ੈਂਟੇਟਿਵ, ਠੀਕ ਹੈ। ਅਗਲਾ ਫੀਚਰ ਸੀਗਾ ਉਹਨਾਂ ਨੇ ਲਿਮਿਟਡ ਫਰੈਂਚਾਈਜ਼ੀ ਟੂ ਦ ਪੀਪਲ ਔਨ ਦ ਬੇਸਿਸ ਆਫ ਪ੍ਰਾਪਰਟੀ ਟੈਕਸ ਐਜੂਕੇਸ਼ਨ। ਫਰੈਂਚਾਈਜ਼ ਦਾ ਮਤਲਬ ਹੁੰਦਾ ਵੋਟ ਪਾਉਣ ਦਾ ਅਧਿਕਾਰ, ਠੀਕ ਹੈ। ਬਹੁਤ ਘੱਟ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ, ਉਹਦੇ ਵਿੱਚ ਕਿਸੇ ਪ੍ਰਾਪਰਟੀ ਦੇ ਬੇਸਿਸ ਤੇ ਕਿੰਨਾ ਪ੍ਰਾਪਰਟੀ ਹੈ, ਕਿੰਨਾ ਟੈਕਸ ਪੇ ਕਰਦਾ, ਐਜੂਕੇਸ਼ਨ ਕਿੰਨੀ ਹੈ, ਉਸ ਦੇ ਬੇਸਿਸ ਤੇ ਵੋਟ ਪਾਉਣ ਦਾ ਅਧਿਕਾਰ ਸੀਗਾ, ਠੀਕ ਹੈ। ਸੈਕਟਰੀ ਦਾ ਆਫਿਸ ਜਿਹੜਾ ਸੀਗਾ ਉਹ ਅਬੋਲਿਸ਼ ਕਰਕੇ ਇੱਕ ਨਿਊ ਆਫਿਸ ਬਣਾਤਾ ਸੀ ਹਾਈ ਕਮਿਸ਼ਨਰ ਦਾ, ਉਹਦਾ ਲੰਡਨ ਵਿੱਚ ਆਫਿਸ ਕਰਤਾ ਸੀਗਾ, ਠੀਕ ਹੈ। ਸੈਕਟਰੀ ਦੀ ਜਿਹੜੀਆਂ ਪਾਵਰ ਸੀਗੀਆਂ ਇਹਨੂੰ ਟ੍ਰਾਂਸਫਰ ਕਰ ਦਿੱਤੀਆਂ, ਠੀਕ ਹੈ। ਸੈਂਟਰਲ ਪਬਲਿਕ ਸਰਵਿਸ ਕਮਿਸ਼ਨ ਬਣਾਇਆ ਸੀ 1926 ਦੇ ਵਿੱਚ, ਠੀਕ ਹੈ। ਤੇ ਉਸ ਤੋਂ ਬਾਅਦ ਸੈਪਰੇਟਡ ਸੈਂਟਰਲ ਦੇ ਪ੍ਰੋਵਿੰਸ਼ੀਅਲ ਬਜਟ ਸੈਪਰੇਟ ਹੋ ਗਏ ਸੀਗੇ, ਪ੍ਰੋਵਿੰਸ ਦਾ ਆਪਣਾ ਬਜਟ ਬਣਾ ਰਹੇ ਸੀਗੇ ਤੇ ਸੈਂਟਰ ਦਾ ਆਪਣਾ ਬਜਟ ਹੋ ਰਿਹਾ ਸੀਗਾ। ਫਿਰ ਇਹ ਉਸ ਤੋਂ ਬਾਅਦ ਲਾਸਟ ਪੁਆਇੰਟ ਹੈ ਕਿ ਉਹਨਾਂ ਨੇ ਇੱਕ ਸਟੈਟੂਟਰੀ ਕਮਿਸ਼ਨ ਅਪਾਇੰਟ ਕੀਤਾ ਸੀ ਇਹ ਐਕਟ ਦੀ ਵਰਕਿੰਗ ਨੂੰ ਦੇਖਣ ਦੇ ਲਈ, ਤੇ ਉਹ ਆਪਣੀ ਰਿਕਮੈਂਡੇਸ਼ਨਸ ਦੇ ਦੇਗਾ 10 ਸਾਲ ਦੇ ਵਿੱਚ, ਬਟ ਉਹਨਾਂ ਨੇ 1927 ਦੇ ਵਿੱਚ ਹੀ ਆਪਣੀ ਰਿਕਮੈਂਡੇਸ਼ਨਸ ਦੇ ਦਿੱਤੀਆਂ ਸੀਗੀਆਂ। ਉਹਨਾਂ ਵਿੱਚੋਂ ਕੁਝ ਰਿਕਮੈਂਡੇਸ਼ਨ ਸੀਗੀਆਂ reported abolition of diarchy, ठीक है, responsible for government extension in provinces, ठीक है, ਤੇ extension of communal electorates, ठीक है, electorates ਜਿਹੜੇ communal electorates ਉਹਨੂੰ extend ਕਰ ਦਿਓ, ਠੀਕ ਹੈ। responsible government ਸ਼ੁਰੂ ਕਰ ਦਿਓ provinces ਦੇ ਵਿੱਚ, ਠੀਕ ਹੈ। diarchy ਨਹੀਂ successful ਉਹਨੂੰ abolish ਕਰ ਦਿਓ, ਠੀਕ ਹੈ। ਤੇ federation ਬਣਾ ਦਿਓ ਬ੍ਰਿਟਿਸ਼ ਇੰਡੀਆ ਤੇ princely states ਦੀ, ਇਹ ਹੋ ਗਿਆ। ਤੇ ਉਸ ਤੋਂ ਬਾਅਦ ਇਹਨਾਂ ਜਦੋਂ ਇਹ ਆਪਾਂ ਕੀਤਾ ਨਾ, ਹੁਣ ਜੇ ਪਿੱਛੇ ਪੜਿਆ ਕਿ ਉਹਨਾਂ ਨੇ ਐਕਸਟੈਂਡ ਕਰਤਾ ਸੀ ਇਲੈਕਟੋਰੇਟਸ ਨੂੰ, ਹੈ ਨਾ, ਸਿੱਖਸ ਤੇ ਦਲਿਤਸ ਨੂੰ, ਤੇ ਇਹਦੇ ਲਈ ਜਿਹੜਾ ਗਾਂਧੀ ਜੀ ਨੇ ਫਾਸਟ ਰੱਖਿਆ ਸੀ ਪੂਨਾ ਜੇਲ੍ਹ ਦੇ ਵਿੱਚ, ਠੀਕ ਹੈ, ਯਾਰਵੜਾ ਜੇਲ੍ਹ ਹੈ ਪੁਣੇ ਦੇ ਵਿੱਚ, ਉਹਦੇ ਵਿੱਚ ਗਾਂਧੀ ਜੀ ਫਾਸਟ ਤੇ ਗਏ ਸੀਗੇ ਇਸ ਦੇ ਖਿਲਾਫ ਕਿ ਦਲਿਤਸ ਨੂੰ ਸੈਪਰੇਟ ਇਲੈਕਟੋਰੇਟਸ ਨਹੀਂ ਦੇਣੇ ਚਾਹੀਦੇ, ਕਿਉਂਕਿ ਗਾਂਧੀ ਜੀ ਅਨਟਚੇਬਿਲਿਟੀ ਦੇ ਬਹੁਤ ਜ਼ਿਆਦਾ ਖਿਲਾਫ ਸੀਗੇ, ਤੇ ਉਸੇ ਤੇ ਉਹਨਾਂ ਨੇ ਫਾਸਟ ਰੱਖਿਆ ਸੀ, ਤੇ ਉਹਦੇ ਕਰਕੇ ਹੀ ਜਿਹੜਾ ਉਹ ਕਮਿਊਨਲ ਅਵਾਰਡ 1937 ਦੇ ਵਿੱਚ ਮੈਕਡੋਨਲਡ ਨੇ ਪਾਸ ਮਤਲਬ ਸਾਈਨ ਕੀਤਾ ਸੀ। ਗਾਂਧੀ ਜੀ, ਅੰਬੇਦਕਰ ਤੇ ਲਾਰਡ ਮੈਕਡੋਨਲਡਸ ਦੇ ਵਿੱਚ ਉਹ ਪਾਸ ਹੋਇਆ ਸੀ, ਜਿਹਦੇ ਵਿੱਚ ਦਲਿਤ ਨੂੰ ਜ਼ਿਆਦਾ ਸੀਟਸ ਦੇ ਦਿੱਤੀਆਂ ਸੀਗੀਆਂ, ਪਰ ਉਹਨਾਂ ਦੇ ਸੈਪਰੇਟ ਇਲੈਕਟੋਰੇਟਸ ਨਹੀਂ ਕੀਤੇ ਗਏ ਸੀਗੇ, ਠੀਕ ਹੈ। ਸੋ ਨੈਕਸਟ ਐਕਟ ਇਜ਼ ਗਵਰਨਮੈਂਟ ਆਫ ਇੰਡੀਆ ਐਕਟ ਸੀਰੀਜ਼, ਗਵਰਨਮੈਂਟ ਆਫ ਇੰਡੀਆ ਐਕਟ 1935,
ठीक है। ਇਹਦੇ ਵਿੱਚ 321 ਸੈਕਸ਼ਨ ਸੀਗੇ ਤੇ 10 ਸਕੇਡਿਊਲ ਸੀਗੇ, ਬਟ ਇਹਦੇ ਵਿੱਚ ਬਹੁਤ ਮੋਸਟ ਇੰਪੋਰਟੈਂਟ ਫੀਚਰਸ ਹੀ ਡਿਸਕਸ ਕਰਾਂਗੇ ਇਸ ਸੈਕਟ ਦੇ ਬਾਰੇ। ਠੀਕ ਹੈ, ਪਹਿਲਾ ਪੁਆਇੰਟ ਹੈ ਕਿ ਆਲ ਇੰਡੀਆ ਫੈਡਰੇਸ਼ਨ ਬਣ ਗਈ ਸੀਗੀ ਪ੍ਰੋਵਿੰਸਿਸ ਐਂਡ ਪ੍ਰਿੰਸਲੀ ਸਟੇਟਸ ਦੀ। ਠੀਕ ਹੈ, ਫੈਡਰੇਸ਼ਨ ਦਾ ਮਤਲਬ ਇਹ ਹੁੰਦਾ ਫੈਡਰਲ ਸਟਰਕਚਰ ਸਮਝਦੇ ਹੋ, ਜਿੱਦਾਂ ਕਿ ਡੁਅਲ ਗਵਰਨਮੈਂਟ ਹੁੰਦੀ ਹੈ, ਜਿੱਦਾਂ ਫੈਡਰਲ ਸਟਰਕਚਰ ਆਪਾਂ ਕਹਿੰਦੇ ਨਾ ਕਿ ਅੱਜ ਕਹਿੰਦੇ यूनिटरी स्ट्रक्चर हो जाए, सेंटर को सारी पावर्स आ गई, मतलब स्टेट्स को भी पावर हो तो सेंटर को भी पावर हो, है ना। ठीक है, मतलब फैडरल स्ट्रक्चर ये होता है कि एक सेंटर ਦੇ ਆਪਣੇ ਸਬਜੈਕਟਸ ਹੋਣ, ਸਟੇਟ ਦੇ ਆਪਣੇ ਸਬਜੈਕਟ ਹੋਣ ਤੇ ਸੈਂਟਰ ਸਟੇਟ ਦੇ ਸਬਜੈਕਟ ਦੇ ਵਿੱਚ ਇੰਟਰਫੇਰੈਂਸ ਨਾ ਕਰੇ, ਹੈ ਨਾ। ਸੋ ਫੈਡਰਲ स्ट्रक्चर ਨੂੰ ਕਹਿੰਦੇ ਆ, मतलब ये फेडरल डिवाइडेड पावर इन 3 लिस्ट। ठीक है, 3 लिस्ट आप पढ़ते हैं, सेंट्रल लिस्ट, प्रोविंशियल लिस्ट ते कॉन्करेंट लिस्ट। एक गल का ध्यान रखना कि ਜਿਹੜਾ ਸਾਡਾ ਅੱਜ ਦਾ ਸੰਵਿਧਾਨ ਹੈ, ਕਨਸਟੀਟਿਊਸ਼ਨ ਹੈ, ਉਹਦੇ ਵਿੱਚ ਮੇਜਰ ਹਿੱਸਾ ਇਸ ਐਕਟ ਦੇ ਵਿੱਚੋਂ ਹੀ ਲਿਆ ਗਿਆ। ਸਭ ਪੜ੍ਹਦੇ ਨਾ 3 ਲਿਸਟ ਹੁੰਦੀ ਹੈ, ਸੈਂਟਰਲ ਲਿਸਟ, ਸਟੇਟ ਲਿਸਟ ਤੇ ਕਨਕਰੈਂਟ ਲਿਸਟ। ਇਹ ਸਾਂਝੀ ਹੁੰਦੀ ਹੈ, ਇਹਦੇ ਵਿੱਚ ਯੂਨੀਅਨ ਵੀ ਕਰ ਸਕਦਾ ਹੈ ਲੈਜਿਸਲੇਟ, ਸਟੇਟ ਵੀ ਕਰ ਸਕਦਾ ਹੈ, ਬਟ ਯੂਨੀਅਨ ਮਤਲਬ ਜਿਹੜਾ ਯੂਨੀਅਨ ਦੀ ਸੇਫ ਫਾਈਨਲ ਹੁੰਦੀ ਹੈ, ਜਿਹੜਾ ਯੂਨੀਅਨ ਨੇ ਬਣਾਤਾ ਉਹ ਫਾਈਨਲ ਮੰਨਿਆ ਜਾਊਗਾ, ਹੈ ਨਾ। ठीक है, ਜਿਹੜੀਆਂ ਬਚਦੀਆਂ ਪਾਵਰ ਸੀ ਇਹਨਾਂ ਲਿਸਟਾਂ ਤੋਂ ਉਹ ਵਾਇਸਰੋਏ ਦੇ ਅੰਡਰ ਆ ਗਈ ਸੀ। ਅੱਜ ਦੇ ਟਾਈਮ ਦੀ ਗੱਲ ਕਰੀਏ ਤਾਂ ਉਹ ਸੈਂਟਰਲ ਗਵਰਨਮੈਂਟ ਦੇ ਅੰਡਰ ਆ ਜਾਂਦੀ ਹੈ, ਜੋ ਵੀ ਸਬਜੈਕਟਸ ਜਿਹੜੇ ਤਿੰਨ ਲਿਸਟਾਂ ਦੇ ਵਿੱਚ ਨਹੀਂ ਆਉਂਦੇ ਨੇ। ਠੀਕ ਹੈ, ਨੈਕਸਟ ਜਿਹੜੀ ਪਿੱਛੇ ਡਾਇਰਕੀ ਬੜੀ ਸੀ ਪ੍ਰੋਵਿੰਸਿਸ ਦੀ, ਉਹ ਅਬੋਲਿਸ਼ ਕਰਤੀ ਸੀਗੀ ਤੇ ਪ੍ਰੋਵਿੰਸ਼ੀਅਲ ਆਟੋਨੋਮੀ ਸ਼ੁਰੂ ਹੋ ਗਈ ਸੀ। ਇਹਦਾ ਮਤਲਬ ਕੀ ਹੈ ਕਿ ਰਿਸਪੌਂਸਿਬਲ ਗਵਰਨਮੈਂਟ ਇਨ ਪ੍ਰੋਵਿੰਸਿਸ ਬਣ ਗਈ ਸੀਗੀ, ਜਿਹਦੇ ਦਾ ਮਤਲਬ ਹੈ ਕਿ ਜਿਹੜਾ ਗਵਰਨਰ ਹੈ ਉਹ ਐਕਟ ਕਰੂਗਾ ਔਨ ਦਾ ਐਡਵਾਈਸ ਆਫ ਮਿਨਿਸਟਰਸ, ਜਿਹੜੇ ਕਿ ਲੈਜਿਸਲੇਚਰ ਨੂੰ ਰਿਸਪੌਂਸਿਬਲ ਸੀਗੇ, ਹੈ ਨਾ। ਜਿਹੜੇ ਚੁਣ ਕੇ ਆਉਂਦੇ ਸੀਗੇ ਲੈਜਿਸਲੇਚਰ ਦੇ ਥਰੂ, ਉਹਨਾਂ ਨੂੰ ਉਹਨਾਂ ਦੇ ਐਡਵਾਈਸ ਤੇ ਹੀ ਇਹ ਐਕਟਸ ਬਣਾਏਗਾ ਗਵਰਨਰ, ਆਪਣੀ ਮਰਜ਼ੀ ਨਹੀਂ ਕਰ ਸਕਦਾ, ਹੈ ਨਾ। ਰਿਸਪੌਂਸਿਬਲ ਗਵਰਨਮੈਂਟ ਸ਼ੁਰੂ ਹੋ ਗਈ ਸੀ। ਨੈਕਸਟ, ਠੀਕ ਹੈ, ਡਾਇਆਰਕੀ ਜਿਹੜੀ ਪ੍ਰੋਵਿੰਸਿਸ ਅਬੋਲਿਸ਼ ਹੋਈ ਸੀ, ਸੈਂਟਰ ਦੇ ਵਿੱਚ ਹੋ ਗਈ, ਮਤਲਬ ਸੈਂਟਰ ਦੇ ਵਿੱਚ ਫੈਡਰਲ ਸਬਜੈਕਟਸ ਜਿਹੜੇ ਸੀਗੇ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਡਿਵਾਈਡ ਕਰਤਾ, ट्रांसफर ਤੇ ਰਿਜ਼ਰਵ। ਉਹੀ ਟ੍ਰਾਂਸਫਰ ਮਤਲਬ ਜਿਹੜੇ ਮਿਨਿਸਟਰਸ ਲੈਜਿਸਲੇਟ ਕਰਨਗੇ ਤੇ ਜਿਹੜਾ ਰਿਜ਼ਰਵਡ ਹੈ ਗਵਰਨਰ ਆਪਣੇ ਜਾਂ ਵਾਇਸਰੋਏ ਆਪਣੇ ਐਗਜ਼ੀਕਿਊਟਿਵ ਕਾਉਂਸਲ ਥਰੂ ਲੈਜਿਸਲੇਟ ਕਰੂਗਾ, ਹੈ ਨਾ। ਠੀਕ ਹੈ, ਉਸ ਤੋਂ ਬਾਅਦ ਬਾਇਕੈਮਰਲਿਜ਼ਮ ਪਿੱਛੇ ਪੜਿਆ ਸੀਗਾ ਆਪਾਂ ਪਿਛਲੇ ਐਕਟ ਦੇ ਵਿੱਚ, ਮੇਰੇ ਹਿਸਾਬ ਨਾਲ 1909 ਦੇ ਵਿੱਚ ਨਾ, ਕਿ ਬਾਇਕੈਮਰਲਿਜ਼ਮ ਸ਼ੁਰੂ ਹੋ ਗਿਆ ਸੀਗਾ ਸੈਂਟਰ ਦੇ ਵਿੱਚ। ਹੁਣ ਇੱਥੇ ਪ੍ਰੋਵਿੰਸਿਸ 6 ਪ੍ਰੋਵਿੰਸਿਸ ਦੇ ਵਿੱਚ ਸ਼ੁਰੂ ਹੋ ਗਏ ਸੀ, ਟੋਟਲ 11 ਪ੍ਰੋਵਿੰਸਾਂ ਦੇ ਵਿੱਚੋਂ 6 ਦੇ ਵਿੱਚ ਬਾਇਕੈਮਰਲਿਜ਼ਮ ਸ਼ੁਰੂ ਹੋ ਗਿਆ। ਕਿਹੜੇ ਸੀਗੇ? ਬੰਬੇ, ਬੰਗਾਲ, ਮਦਰਾਸ, ਬਿਹਾਰ, ਅਸਾਮ ਐਂਡ ਯੂਪੀ, ਯੂਨਾਈਟਿਡ ਪ੍ਰੋਵਿੰਸਿਸ, ਜਿਹੜਾ ਅੱਜ ਉੱਤਰ ਪ੍ਰਦੇਸ਼ ਹੈ ਨਾ, ਜਿਹਦੇ ਚ ਉੱਤਰਾਖੰਡ ਨਿਕਲ ਜਾਂਦਾ ਹੈ। ਠੀਕ ਹੈ, ਔਰ ਫਿਰ ਹੋ ਗਿਆ ਨੈਕਸਟ ਇਜ਼ एस्टैब्लिश रिजर्व बैंक ऑफ इंडिया। ठीक है, रिजर्व बैंक ऑफ इंडिया ਜਿਹੜਾ आरबीआई है वो एस्टैब्लिश हो गया ਸੀਗਾ ਇੱਥੇ गवर्नमेंट ऑफ इंडिया एक्ट ਦੇ ਥਰੂ 1935 ਦੇ ਥਰੂ। ਠੀਕ ਹੈ, ਤੇ ਪਿੱਛੇ ਪੜਿਆ ਨਾ ਸੈਂਟਰਲ ਪਬਲਿਕ ਸਰਵਿਸ ਕਮਿਸ਼ਨ ਬਣਿਆ ਸੀਗਾ 1919 ਐਕਟ ਦੇ ਵਿੱਚ। ਹੁਣ ਕੀ ਸੀਗਾ? ਫੈਡਰਲ ਪਬਲਿਕ ਸਰਵਿਸ ਕਮਿਸ਼ਨ ਬਣ ਗਿਆ, ਪ੍ਰੋਵਿੰਸਿਸ ਆਪਣਾ ਕਮਿਸ਼ਨ ਬਣ ਗਿਆ ਤੇ ਜੁਆਇੰਟ ਕਮਿਸ਼ਨ ਬਣ ਗਿਆ। ਮਤਲਬ ਜਿਹੜੇ ਦੋ ਤਿੰਨ ਕਈ ਵਾਰ ਇਦਾਂ ਹੁੰਦਾ ਹੈ ਕਿ ਜਿੱਦਾਂ ਆਪਾਂ ਪਿੱਛੇ ਪੜ੍ਹਦੇ ਨਾ ਕਿ ਕਈ ਵਾਰ ਪ੍ਰੋਵਿੰਸ਼ੀਅਲ ਜਿੱਦਾਂ ਸਰਵਿਸ ਕਮਿਸ਼ਨ ਕਈ ਸਟੇਟਸ ਦਾ ਨਹੀਂ ਹੁੰਦਾ ਤੇ ਉਹ ਜੁਆਇੰਟ ਜਿੱਦਾਂ ਪੰਜਾਬ ਹੈ ਹਰਿਆਣਾ ਦਾ ਜੁਆਇੰਟ ਕਮਿਸ਼ਨ ਬਣ ਜਾਂਦਾ ਹੈ, ਉਹ ਟੈਸਟ ਬਣਾਉਂਦਾ ਹੈ ਜੁਆਇੰਟ ਕਮਿਸ਼ਨ, ਦੋਨੋਂ ਸਟੇਟਸ ਦੇ ਮੈਂਬਰਸ ਆ ਜਾਂਦੇ ਆ ਉਸ ਕਮਿਸ਼ਨ ਦੇ ਵਿੱਚ ਤੇ ਫਿਰ ਉਹ ਬੋਡੀ ਮਤਲਬ ਸਰਵਿਸਿਜ਼ ਜਿਹੜੀਆਂ ਇਹਦੇ ਥਰੂ ਲੈਂਦੇ ਆ ਟੈਸਟ, ਉਹ ਫਿਰ ਉਹ ਜੁਆਇੰਟ ਕਮਿਸ਼ਨ ਕਿਹਾ ਜਾਂਦਾ ਉਹਨਾਂ ਨੂੰ, ਸਮਝ ਗਏ? ਠੀਕ ਹੈ, ਤੇ ਜਿਹੜਾ ਕਾਉਂਸਲ ਆਫ ਇੰਡੀਆ ਸੈਕਟਰੀ ਦੀ ਜਿਹੜੀ ਐਡਵਾਈਜ਼ਰੀ ਮੈਂਬਰ ਦੇ 15 ਮੈਂਬਰ ਦੀ ਟੀਮ ਸੀਗੀ ਉਹਨੂੰ ਅਬੋਲਿਸ਼ ਕਰਤਾ ਸੀਗਾ ਤੇ ਮਤਲਬ ਸੈਕਟਰੀ ਨੂੰ ਥੋੜੇ ਜਿਹੇ ਐਡਵਾਈਜ਼ਰਸ ਦੀ ਟੀਮ ਆਪਾਂ ਦੇ ਦਿੱਤੀ ਸੀਗੀ ਸੈਕਟਰੀ ਥਰੂ। ਠੀਕ ਹੈ, ਫਿਰ 7 ਕੀ ਹੈ? ਐਸਟੈਬਲਿਸ਼ਮੈਂਟ ਆਫ ਫੈਡਰਲ ਕੋਰਟ, ਜਿਹੜਾ ਆਪਾਂ ਪਿੱਛੇ ਪੜਿਆ ਸੀਗਾ 1773 ਚ ਸੁਪਰੀਮ ਕੋਰਟ ਬਣਿਆ ਸੀਗਾ, ਉਹ ਨਹੀਂ। ਹੁਣ ਜਿਹੜਾ ਅੱਜ ਦਾ ਸੁਪਰੀਮ ਕੋਰਟ ਉਹ ਇਹ ਹੈ ਜਦੋਂ ਫੈਡਰਲ ਕੋਰਟ ਬਣ ਗਿਆ ਸੀਗਾ 1937 ਦੇ ਵਿੱਚ। ਸੋ ਇਹ ਗਵਰਨਮੈਂਟ ਆਫ ਇੰਡੀਆ 1935 ਦੇ ਵਿੱਚ। ठीक है, और भी एक थोड़े पॉइंट से कि इन्होंने कम्यूनल इलेक्टोरेट्स थोड़े और बताते सीगे, मतलब कि मतलब ये एक्ट इन्ना पूरा लागू नहीं होया सीगा उस वेले। ठीक है, ये एक्ट लागू नहीं होया सीगा, तो मतलब ये प्रोविजनस लागू नहीं होए सी। ਜਿਹੜੇ ਮੇਨ प्रोविजनस ਸੀਗੇ ਉਹ ਸਾਡੇ ਸੰਵਿਧਾਨ ਦੇ ਵਿੱਚ ਜਦੋਂ ਮੈਂਬਰਸ ਨੇ ਬਣਾਇਆ ਤਾਂ ਉਹ ਚੱਕ ਕੇ ਉਹਦੇ ਵਿੱਚ ਪਾਤੇ ਸੀ। ਐਕਟ ਇੰਡੀਅਨ ਇੰਡੀਪੈਂਡੈਂਸ ਐਕਟ 1947 ਲॉर्ड ਮਾਊਂਟਬੈਟਨ ਆ ਗਏ ਸੀਗੇ ਇਸ ਟਾਈਮ ਵਾਇਸਰॉय ਤੇ ਉਹਨਾਂ ਦੇ ਪਲਾਨ ਨੂੰ ਲॉर्ड ਮਾਊਂਟਬੈਟਨਸ ਪਲਾਨ ਵੀ ਕਿਹਾ ਜਾਂਦਾ ਹੈ। ठीक है, ब्रिटिश रूल एंड हो गया सीगा, इंडिया ਨੂੰ इंडिपेंडेंट ਤੇ ਸੋਵਰਨ ਸਟੇਟ ਡਿਕਲੇਅਰ ਕਰਤਾ ਸੀਗਾ ਅਗਸਤ 15 1947 ਤੋਂ। ਠੀਕ ਹੈ, ਇੰਡੀਪੈਂਡੈਂਸ ਦਾ ਪਤਾ ਜਾਂ ਸੋਵਰਨ ਮਤਲਬ ਆਪਣੀ ਕਿਸੇ ਦੇ ਅਧੀਨ ਨਹੀਂ ਹੋਣਾ, ਆਪਣੇ ਫੈਸਲੇ ਖੁਦ ਲੈ ਸਕਣਾ। ਠੀਕ ਹੈ, ਜਿੱਦਾਂ ਆਪਣੇ ਇੰਡੀਆ ਆਪਣੇ ਲਾਜ਼ ਆਪ ਬਣਾ ਸਕਦਾ ਸੀਗਾ। ਠੀਕ ਹੈ, ਉਸ ਤੋਂ ਬਾਅਦ ਅਬੋਲਿਸ਼ਡ ਵਾਇਸਰॉय
ठीक है। वाइसरॉय ਦਾ ਆਫਿਸ ਅਬੋਲਿਸ਼ ਕਰ ਦਿੱਤੇ, ਗਵਰਨਰ ਜਨਰਲ ਬਣ ਗਏ ਸੀਗੇ ਇੰਡੀਆ, ਗਵਰਨਰ ਜਨਰਲ ਫॉर ਇੰਡੀਆ ਤੇ ਪਾਕਿਸਤਾਨ ਦੇ ਜਿਹੜੇ ਡੋਮੀਨੀਅਨ ਅਲੱਗ-ਅਲੱਗ ਸੀਗੇ ਨਾ, ਇਹਨਾਂ ਦੇ ਅਲੱਗ ਡੋਮੀਨੀਅਨ ਕੀ ਹੁੰਦਾ, ਡੋਮੀਨੀਅਨ ਹੁੰਦਾ ਕਿ ਜਿੱਦਾਂ मतलब एक जिदा आस्ट्रेलिया हजे भी इंग्लैंड ਦੀ ਡੋਮੀਨੀਅਨ ਹੈ, मतलब ਆਪਣੇ ਸਾਰਾ ਕੁਝ ਉਹ ਇੰਡੀਪੈਂਡੈਂਟ ਲਾਜ਼ ਵਗੈਰਾ, ਬਟ ਇੱਕ ਉਹ ਕੁਈਨ ਨੂੰ ਮੰਨਦੇ ਹੈ ਕਿ ਕੁਈਨ मतलब ਸਾਡੇ ਤੇ ਹਜੇ ਹੈਗੀ ਹੈ ਕੁਈਨ, ਸਾਡੀ ਇੰਗਲੈਂਡ ਦੀ ਕੁਈਨ ਨੂੰ ਮੰਨਦੇ ਹੈ ਨਾ, ਉਹ ਡੋਮੀਨੀਅਨ ਕਹਿੰਦੇ ਆ। मतलब ਪਾਵਰਸ ਸਾਰੀਆਂ ਹੁੰਦੀਆਂ ਬਟ ਫਿਰ ਵੀ ਉਹ ਆਪਣੇ ਇੱਕ ਉੱਪਰ ਹਾਇਰ ਪਾਵਰ ਉਹਨੂੰ ਮੰਨਦੇ ਆ, ਕੁਈਨ ਨੂੰ, ठीक है। एस्टैब्लिश वाइसरॉय एंड गवर्नर जनरल फॉर इंडियन पाकिस्तान डोमिनियन, ठीक है। ਤੇ ਜਿਹੜਾ ਗਵਰਨਰ ਜਨਰਲ ਹੈ ਬ੍ਰਿਟਿਸ਼ ਕਿੰਗ ਅਪਾਇੰਟ ਕਰੂਗਾ ਕਿਹਦੇ ਡੋਮੀਨੀਅਨ ਕੈਬਨਿਟ ਦੇ ਐਡਵਾਈਸ ਤੇ, ਇੰਡੀਅਨ ਡੋਮੀਨੀਅਨ ਕੈਬਨਿਟ ਦੀ ਐਡਵਾਈਸ ਤੇ ਇੰਡੀਆ ਦਾ, ਤੇ ਪਾਕਿਸਤਾਨ ਕੈਬਨਿਟ ਦੀ ਐਡਵਾਈਸ ਤੇ ਪਾਕਿਸਤਾਨ ਦਾ। ਸੇ ਇਹਦੇ ਮਤਲਬ ਲੋਰਡ ਮਾਊਂਟ ਬੈਟਨ ਸੀਗੇ ਜਿਹੜੇ ਉਹ ਇੰਡੀਆ ਦੇ ਗਵਰਨਰ ਜਨਰਲ ਬਣ ਗਏ ਸੀਗੇ, ਤੇ ਜਿਹੜੇ ਜਿੰਨਾ ਸੀਗੇ ਉਹ ਪਾਕਿਸਤਾਨ ਡੋਮੀਨੀਅਨ ਦੇ ਗਵਰਨਰ ਜਨਰਲ ਬਣ ਗਏ ਸੀਗੇ, ਠੀਕ ਹੈ। ਨੈਕਸਟ ਪੁਆਇੰਟ उसके बाद कॉन्स्टिट्यूशन असेंबलीज टू फ्रेम देयर ओन कॉन्स्टिट्यूशन, ठीक है। इंडियन ਜਿਹੜੇ कॉन्स्टिट्यूशन असेंबली ਸੀਗੀ ਇੰਡੀਆ ਦੀ ਆਪਣਾ ਕਨਸਟੀਟਿਊਸ਼ਨ ਬਣਾ ਸਕਦੀ ਸੀਗੀ, ਤੇ ਜਿਹੜੇ ਪਾਕਿਸਤਾਨ ਦੀ ਉਹ ਆਪਣਾ ਕਨਸਟੀਟਿਊਸ਼ਨ ਬਣਾ ਸਕਦੀ ਸੀਗੀ, ਠੀਕ ਹੈ। ਤੇ ਕੋਈ ਵੀ ਬ੍ਰਿਟਿਸ਼ ਪਾਰਲੀਮੈਂਟ ਦਾ ਐਕਟ ਜਿਹੜਾ ਵੀ ਬ੍ਰਿਟਿਸ਼ ਪਾਰਲੀਮੈਂਟ ਐਕਟ ਪਾਸ ਕੀਤਾ ਹੈ ਉਹ ਰਿਪੀਲ ਕਰ ਸਕਦੀ ਸੀਗੀ, ਠੀਕ ਹੈ। ਇਹ ਜਿਹੜਾ ਇੰਡੀਅਨ ਇੰਡੀਪੈਂਡੈਂਸ ਐਕਟ 1947 ਇਹ ਵੀ ਇਨਕਲੂਡ ਸੀਗਾ, ਜੋ ਇਹ ਵੀ ਰਿਪੀਲ ਕਰਾਇਆ ਜਾਂਦਾ ਸੀ ਤਾਂ ਕਰ ਸਕਦੀ ਸੀਗੀ, ਠੀਕ ਹੈ। ਫਿਰ कॉन्स्टिट्यूशन असेंबलीज टू लेजिस्लेट इन देयर डोमिनियंस, ठीक है। ਜਿਹੜੇ ਹੁਣ ਇੱਕ ਤਾਂ ਕਨਸਟੀਟਿਊਸ਼ਨ ਅਸੈਂਬਲੀ ਦੇ ਦੋ ਕੰਮ ਦਿੱਤੇ ਗਏ ਸੀਗੇ, ਸਾਡੀ ਕਨਸਟੀਟਿਊਸ਼ਨ ਅਸੈਂਬਲੀ ਜਿਹਨੇ ਕਨਸਟੀਟਿਊਸ਼ਨ ਬਣਾਇਆ ਉਹਨਾਂ ਨੂੰ ਦੋ ਕੰਮ ਦਿੱਤੇ ਸੀਗੇ, ਇੱਕ ਤਾਂ ਕਨਸਟੀਟਿਊਸ਼ਨ ਫਰੇਮ ਕਰਨਾ, ਡਾਕਟਰ ਬੀ ਆਰ ਅੰਬੇਦਕਰ ਜੀ ਦਾ ਹੈਡ ਸੀਗੇ, ਦੂਜਾ ਕੰਮ ਸੀਗਾ ਕਿ ਇੱਕ ਤਾਂ ਕਨਸਟੀਟਿਊਸ਼ਨ ਫਰੇਮ ਕਰਨਾ, ਤੇ ਜਿੰਨਾ ਟਾਈਮ ਕਨਸਟੀਟਿਊਸ਼ਨ ਨਹੀਂ ਬਣਦਾ ਉਹਨਾਂ ਟਾਈਮ ਤਾਂ ਲਾਜ਼ ਤਾਂ ਬਣਨਗੇ ਨਾ ਆਪਣੇ ਇੰਡੀਆ ਦੇ ਵਿੱਚ, ਤੇ ਉਹ ਜਿਹੜੇ ਲਾਜ਼ ਸੀ ਉਹ ਕਨਸਟੀਟਿਊਸ਼ਨ ਅਸੈਂਬਲੀ ਉਹ ਲੈਜਿਸਲੇਟ ਉਹ ਲਾਜ਼ ਵੀ ਕਨਸਟੀਟਿਊਸ਼ਨ ਅਸੈਂਬਲੀ ਹੀ ਬਣਾਏਗੀ, ਮਤਲਬ ਉਦੋਂ ਪਾਰਲੀਮੈਂਟ ਦੀ ਤਰ੍ਹਾਂ ਐਕਟ ਕਰਦੀ ਸੀਗੀ ਹੈ ਨਾ। ਤੇ ਫਿਰ ਉਹ ਕੋਈ ਵੀ ਆਪਣਾ ਐਕਟ ਬਣਾ ਸਕਦੀ ਸੀ, ਤੇ ਜਿਹੜਾ ਵੀ ਕੋਈ ਵੀ ਬ੍ਰਿਟਿਸ਼ ਪਾਰਲੀਮੈਂਟ ਦਾ ਐਕਟ ਤਦ ਤੱਕ ਨਹੀਂ ਲਾਗੂ ਹੋ ਸਕਦਾ ਸੀਗਾ ਇੰਡੀਆ ਦੇ ਵਿੱਚ ਜਦੋਂ ਤੱਕ ਉਹ ਜਿਹੜੀ ਆਪਾਂ ਕਨਸਟੀਟਿਊਸ਼ਨ ਲੈਜਿਸਲੇਚਰ ਹੈ, ਕਨਸਟੀਟਿਊਸ਼ਨ ਅਸੈਂਬਲੀ ਦੀ ਜਿਹੜੀ ਲੈਜਿਸਲੇਚਰ ਹੈ ਉਹ ਲਾਅ ਬਣਾ ਕੇ ਨਾ ਕਹਿ ਦੇਵੇ ਕਿ ਹਾਂ ਇਹ ਐਕਟ ਲਾਗੂ ਹੋ ਸਕਦਾ ਹੈ, ਠੀਕ ਹੈ। ਤੇ ਸੈਕਟਰੀ ਆਫ ਸਟੇਟ ਦਾ ਆਫਿਸ ਅਬੋਲਿਸ਼, ਸੌਰੀ ਮੈਂ ਪਿੱਛੇ ਐਕਟ ਵਿੱਚ ਕਹਿ ਗਿਆ ਸੀਗਾ ਜਦੋਂ ਹਾਈ ਕਮਿਸ਼ਨਰ ਬਣਿਆ ਸੀਗਾ ਆਫਿਸ 19 ਮੇਰੇ ਹਿਸਾਬ ਨਾਲ 1935 ਚ ਸੀਗਾ ਜਾਂ 1919 ਸੀਗਾ, ਆਈ ਫॉरगॉट 1935 ਚ ਸੀਗਾ ਮੇਰੇ ਹਿਸਾਬ ਨਾਲ, ਨਹੀਂ 1919 ਸੌਰੀ 1919 ਦੇ ਵਿੱਚ ਸੀਗਾ ਆਫਿਸ ਆਫ ਹਾਈ ਕਮਿਸ਼ਨਰ, ਠੀਕ ਹੈ। ਉਹਦੇ ਲਈ ਉਹਨੂੰ ਕੁਝ ਪਾਵਰ ਟ੍ਰਾਂਸਫਰ ਕੀਤੇ ਸੀਗਾ, ਪਰ ਸੈਕਟਰੀ ਦਾ ਆਫਿਸ ਨਹੀਂ ਅਬੋਲਿਸ਼ ਕੀਤਾ, ਉਹ ਹੁਣ ਅਬੋਲਿਸ਼ ਹੋਇਆ ਸੀਗਾ 1947 ਦੇ ਵਿੱਚ, ਤੇ ਜਿਹੜੀ ਪਾਵਰ ਸੀਗੀਆਂ ਉਹਦੀਆਂ ਉਹ ਸੈਕਟਰੀ ਆਫ ਕਾਮਨਵੈਲਥ ਨੂੰ ਟ੍ਰਾਂਸਫਰ ਹੋ ਗਈਆਂ ਸੀਗੀਆਂ, ਠੀਕ ਹੈ। ਨੈਕਸਟ ਜਿਹੜੀ ਬ੍ਰਿਟਿਸ਼ ਪਿੱਛੇ ਪ੍ਰਿੰਸਲੀ ਸਟੇਟਸ ਦੇ ਉੱਪਰ ਬ੍ਰਿਟਿਸ਼ ਪੈਰਾਮਾਊਂਟ ਸੀਗੀ, ਮਤਲਬ ਪ੍ਰਿੰਸਲੀ ਸਟੇਟਸ ਨੇ ਇੱਕ ਟ੍ਰੀਟੀ ਸਾਈਨ ਕੀਤੀ ਹੋਈ ਸੀਗੀ ਬ੍ਰਿਟਿਸ਼ ਨਾਲ ਕਿ ਉਹ ਬ੍ਰਿਟਿਸ਼ ਦੇ ਅਧੀਨ ਹੈ, ਬਟ ਉਹਨਾਂ ਤੋਂ ਉੱਥੇ ਜ਼ਿਆਦਾ ਪ੍ਰਿੰਸਲੀ ਸਟੇਟਸ ਨੂੰ ਜ਼ਿਆਦਾ ਪਾਵਰ ਸੀਗੀਆਂ ਐਜ਼ ਕੰਪੇਅਰ ਟੂ ਬ੍ਰਿਟਿਸ਼ ਪ੍ਰੋਵਿੰਸਿਸ, ਠੀਕ ਹੈ। ਦੋ ਟਾਈਪ ਦੇ, ਇੱਕ ਤਾਂ ਬ੍ਰਿਟਿਸ਼ ਪ੍ਰੋਵਿੰਸਿਸ, ਇੱਕ ਪ੍ਰਿੰਸਲੀ ਸਟੇਟਸ। ਪ੍ਰਿੰਸਲੀ ਸਟੇਟਸ ਹੁੰਦੀ ਸੀ ਜਿੱਥੇ ਮਤਲਬ ਉਹਨਾਂ ਦੇ ਆਪਣੇ ਕਿੰਗ ਹੁੰਦੇ ਸੀ, ਠੀਕ ਹੈ, ਉਹ ਆਪਣੇ ਤਰੀਕੇ ਨਾਲ ਕਰਦੇ ਸੀਗੇ, ਬਟ ਜਿਹੜੇ ਬ੍ਰਿਟਿਸ਼ ਪ੍ਰੋਵਿੰਸ ਹੁੰਦੇ ਸੀ ਉੱਥੇ ਗਵਰਨਰਸ, ਜਿੱਦਾਂ ਗਵਰਨਰਸ ਆਫ ਬੰਬੇ, ਮਦਰਾਸ, ਉਹ ਬ੍ਰਿਟਿਸ਼ ਪ੍ਰੋਵਿੰਸਿਸ ਦੇ ਵਿੱਚ ਗਣੇ ਜਾਂਦੇ ਸੀਗੇ, ਤੇ ਉਹ ਜਿਹੜੀ ਪੈਰਾਮਾਊਂਟੀ ਸੀਗੀ ਉਹ ਖਤਮ ਹੋ ਗਈ ਸੀਗੀ, ਤੇ ਜਿਹੜੇ ਟ੍ਰਾਈਬਲ ਏਰੀਆਜ਼ ਨਾਲ ਟ੍ਰੀਟੀ ਤੇ ਰਿਲੇਸ਼ਨਸ ਜੋ ਵੀ ਟ੍ਰੀਟੀ ਸੀਗੇ ਉਹ ਵੀ ਸਾਰੇ ਖਤਮ ਹੋ ਗਏ ਸੀਗੇ। ਫਿਰ ਜਿਹੜੇ ਪ੍ਰਿੰਸਲੀ ਸਟੇਟਸ ਨੂੰ ਫ੍ਰੀडम ਦੇ ਦਿੱਤੀ ਸੀਗੀ ਕਿ ਜਾਂ ਤਾਂ ਇੰਡੀਆ ਨੂੰ ਜੁਆਇਨ ਕਰ ਲਓ ਜਾਂ ਪਾਕਿਸਤਾਨ ਨੂੰ ਜੁਆਇਨ ਕਰ ਲਓ ਜਾਂ ਇੰਡੀਪੈਂਡੈਂਟ ਰਹਿ ਸਕਦੇ ਸੀਗੇ, ਠੀਕ ਹੈ। ਜਦੋਂ ਤੱਕ ਕਨਸਟੀਟਿਊਸ਼ਨ ਨਹੀਂ ਬਣਿਆ ਸੀਗਾ ਉਦੋਂ ਤੱਕ ਜਿਹੜੀ ਗਵਰਨਰ ਸੀਗੀ ਦੋਨੋਂ ਗਵਰਨਰ ਸੀਗੀ ਡੋਮੀਨੀਅਨ ਦੀ ਅਤੇ ਪ੍ਰੋਵਿੰਸਿਸ ਦੀ, ਈਚ ਡੋਮੀਨੀਅਨ ਦੀ ਗਵਰਨਰਸ ਤੇ ਪ੍ਰੋਵਿੰਸਿਸ ਦੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਹਿਸਾਬ ਨਾਲ ਚੱਲੇਗੀ, ਠੀਕ ਹੈ। ਜਿਹੜੇ ਬ੍ਰਿਟਿਸ਼ ਮੋਨਾਰਕ ਪਹਿਲਾਂ ਬਿਲਸ ਨੂੰ ਵੀਟੋ ਕਰ ਸਕਦਾ ਸੀਗਾ, ਠੀਕ ਹੈ, ਅਸੈਂਟ ਦੇਣ ਤੋਂ ਰੋਕ ਸਕਦਾ ਸੀਗਾ, ਉਹਦੀ ਪਾਵਰ ਅਬੋਲਿਸ਼ ਕਰ ਦਿੱਤੀ ਸੀਗੀ, ਬਟ ਇਹ ਪਾਵਰ ਗਵਰਨਰ ਜਨਰਲ ਨੂੰ ਦੇ ਦਿੱਤੀ ਗਈ ਸੀ ਕਿ ਉਹ ਬਿਲਸ ਜੋ ਵੀ ਡੋਮੀਨੀਅਨ ਬਣਾਏਗੀ ਉਹਦੇ ਤੇ ਅਸੈਂਟ ਕਰੇਗਾ ਤੇ ਉਹ ਲਾਅ ਬਣ ਜਾਏਗਾ। ਤੇ ਫਿਰ ਗਵਰਨਰ ਜਨਰਲ ਆਫ ਇੰਡੀਆ ਤੇ ਗਵਰਨਰ ਆਫ ਪ੍ਰੋਵਿੰਸਿਸ ਨੋਮੀਨਲ ਹੈਡ ਰਹਿ ਗਏ ਸੀਗੇ, ਠੀਕ ਹੈ। ਉਹਨਾਂ ਨੂੰ ਏਡ ਐਂਡ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰਸ ਦੀ ਤੇ ਚੱਲਣਾ ਪਏਗਾ, ਠੀਕ ਹੈ। ਆਪਣੀ ਮਰਜ਼ੀ ਨਾਲ ਕੋਈ ਐਕਟ ਨਹੀਂ ਪਾਸ ਕਰ ਸਕਦੇ, ਠੀਕ ਹੈ। ਟਾਈਟਲ ਆਫ ਐਂਪਰਰ ਆਫ ਇੰਡੀਆ ਡ੍ਰੌਪ ਕਰ ਦਿੱਤਾ ਸੀਗਾ, ਜਿਹੜੇ ਕਿੰਗ ਆਫ ਇੰਗਲੈਂਡ ਦੇ ਟਾਈਟਲਸ ਦੇ ਜਿੰਨੇ ਵੀ ਰੋਇਲ ਟਾਈਟਲ ਸੀਗੇ ਉਹ ਚ ਐਂਪਰਰ ਆਫ ਇੰਡੀਆ ਹੁਣ ਨਹੀਂ ਰਹੇ ਸੀਗੇ, ਉਹ ਟਾਈਟਲ ਨੂੰ ਡ੍ਰੌਪ ਕਰ ਦਿੱਤਾ ਸੀਗਾ। ਇੱਕ ਇਹਦੇ ਚ ਹੋ ਰਿਹਾ ਕਿ
ਜਿਹੜੀ ਸਿਵਲ ਸਰਵਿਸਿਜ਼ ਜਿਹੜੇ ਰਿਕਰੂਟਮੈਂਟ ਸੀਗੀ ਉਹ ਬੰਦ ਕਰ ਦਿੱਤੀ ਗਈ ਸੀ, ਮਤਲਬ ਜਿਹੜੀ ਪਹਿਲਾਂ ਸੈਕਟਰੀ ਆਫ ਪੋਸਟ ਦੀ ਜਿਹੜੀ ਰਿਜ਼ਰਵੇਸ਼ਨ ਸੀਗੀ ਉਹ ਵੀ ਬੰਦ ਕਰ ਦਿੱਤੀ ਸੀਗੀ, ਹਨਾ। ਔਰ ਚੋਣ